morning, dear students. The topic of today is state definition and its elements. The state is a form of human association distinguished from other social groups by its purpose, the establishment of order and security, its methods, the laws and their enforcement, its territory, the area of jurisdiction or geographical boundaries, and finally by its sovereignty. Machiavelli was an Italian political thinker, and he used the term state for the first time in the current sense in his famous book The Prince. ਜਦੋਂ ਅਸੀਂ ਸਟੇਟ ਬਾਰੇ ਗੱਲ ਕਰਦੇ ਹਾਂ ਤਾਂ ਸਟੇਟ ਕੀ ਆ? ਸਟੇਟ ਇੱਕ ਤਰੀਕੇ ਦੇ ਨਾਲ ਅਸੀਂ ਇੱਕ ਇਨਸਾਨਾਂ ਦੀ ਇੰਡੀਵਿਜੂਅਲਸ ਦੀ ਇੱਕ ਹਿਊਮਨ ਐਸੋਸੀਏਸ਼ਨ ਆ ਜਿਹੜੀ ਕਿ ਦੂਸਰੇ ਗਰੁੱਪਸ ਦੇ ਨਾਲੋਂ ਆਪਣੇ ਪਰਪਸ ਕਰਕੇ ਉਸਦੇ ਐਸਟੈਬਲਿਸ਼ਮੈਂਟ ਆਰਡਰ ਕਰਕੇ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਇਹਦੇ ਤਰੀਕਿਆਂ ਦੇ ਕਰਕੇ ਕਾਨੂੰਨ ਬਣਾਉਣ ਦੀ ਸ਼ਕਤੀ ਦੇ ਕਰਕੇ ਉਹਨੂੰ ਲਾਗੂ ਕਰਨ ਦੀ ਸ਼ਕਤੀ ਦੇ ਕਰਕੇ ਇਸ ਦੀ ਇੱਕ ਫਿਕਸਡ ਟੈਰੀਟਰੀ ਜੂਰਿਸਡਿਕਸ਼ਨ ਜੀਓਗ੍ਰਾਫੀਕਲ ਬਾਉਂਡਰੀਜ਼ ਤੇ ਇਹਦੇ ਕੋਲੇ ਜੋ ਸੋਵਰੈਨਿਟੀ ਦਾ ਮੋਸਟ ਇੰਪੋਰਟੈਂਟ ਐਲੀਮੈਂਟ ਹੈ ਸਟੇਟ ਦਾ ਦੇ ਕਰਕੇ ਬਾਕੀ ਐਸੋਸੀਏਸ਼ਨ ਹਿਊਮਨ ਐਸੋਸੀਏਸ਼ਨ ਦੇ ਨਾਲੋਂ ਅਲੱਗ ਹੈ। ਮੈਕਿਆਵਲੀ ਜੋ ਕਿ ਫਸਟ ਪੋਲੀਟੀਕਲ ਮਾਡਰਨ ਪੋਲੀਟੀਕਲ ਸਾਇੰਟਿਸਟ ਮੰਨਿਆ ਗਿਆ ਤਾਂ ਉਹਨੇ ਫਸਟ ਟਾਈਮ ਸਟੇਟ ਰਾਜ ਸ਼ਬਦ ਦੀ ਵਰਤੋਂ ਆਪਣੀ ਬੁੱਕ ਦ ਪ੍ਰਿੰਸ ਦੇ ਵਿੱਚ ਕੀਤੀ ਸੀ। ਜਦੋਂ ਅਸੀਂ ਡਿਫਾਈਨ ਕਰਨ ਦੀ ਗੱਲ ਕਰਦੇ ਹਾਂ ਤਾਂ ਫਸਟ ਆਫ ਆਲ ਅਰਿਸਟੋਟਲ ਸੈਡ ਦ ਸਟੇਟ ਕਮਸ ਇਨਟੂ ਐਗਜ਼ਿਸਟੈਂਸ originating in the bare needs of the life and continuing in existence for the sake of good life. Further, he defined a union of families and villages having for its end a perfect and self-sufficient life, by which we mean a happy and honorable life. Aristotle, father of political science, ਕੀ ਕਹਿੰਦੇ ਨੇ ਵੀ ਸਟੇਟ ਕਿਵੇਂ ਹੋਂਦ ਵਿੱਚ ਆਇਆ? ਸਟੇਟ ਲੋਕਾਂ ਦੀਆਂ ਜ਼ਰੂਰਤਾਂ ਦੇ ਕਰਕੇ ਹੋਂਦ ਵਿੱਚ ਆਇਆ ਤੇ ਚੰਗੀ ਜ਼ਿੰਦਗੀ ਦੇ ਲਈ ਕੰਟੀਨਿਊਸਲੀ ਐਗਜ਼ਿਸਟ ਕਰ ਰਿਹਾ। ਫਿਰ ਉਹ ਕਹਿੰਦੇ ਨੇ ਵੀ ਸਟੇਟ ਕੀ ਹੈ? ਸਟੇਟ ਇੱਕ ਯੂਨੀਅਨ ਆ। ਕਿਸ ਦੀ ਯੂਨੀਅਨ? ਫੈਮਲੀਜ਼ ਦੀ ਤੇ ਵਿਲੇजेस ਦੀ, ਜਿਹੜੀ ਕਿ ਹੈਵਿੰਗ ਫॉर ਇਟਸ ਐਂਡ, ਜਿਹਦਾ ਇੱਕ ਆਪਣਾ ਉਦੇਸ਼ ਆ, ਅ ਪਰਫੈਕਟ ਐਂਡ ਅ ਸੈਲਫ ਸਫੀਸ਼ੀਐਂਟ ਲਾਈਫ, ਉਸ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਪਰਫੈਕਟ ਹੋਵੇ, ਜਿਹੜੀ ਆਪਣੇ ਆਪ ਵਿੱਚ ਇੰਡੀਪੈਂਡੈਂਟ ਹੋਵੇ, ਸੈਲਫ ਸਫੀਸ਼ੀਐਂਟ ਹੋਵੇ, ਤਾਂ ਜਿਹਦਾ ਮਤਲਬ ਇੱਕ ਆਨਰੇਬਲ ਤੇ ਹੈਪੀ ਲਾਈਫ ਦੇਣੀ ਸਟੇਟ ਦਾ ਪਰਪਸ ਆ। ਸਟੇਟ ਕੀ ਇੱਕ ਯੂਨੀਅਨ ਆਫ ਫੈਮਲੀਜ਼ ਆ। Then Dr. Woodrow Wilson explains state is a people organized for law within a definite territory. law ਦੇ ਦੁਆਰਾ law ਦੇ ਲਈ ਇੱਕ definite territory ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ organize ਕਰਨਾ state ਆ। Then ਜਦੋਂ ਅਸੀਂ essential elements ਦੀ ਗੱਲ ਕਰਦੇ ਹਾਂ, the first of all population is one of the first and important element of state. ਇੱਕ population, ਇੱਕ ਲੋਕ ਜੋ ਫਿਕਸਡ ਟੈਰੀਟਰੀ, ਸੈਕੰਡ ਟੈਰੀਟਰੀ ਇਜ਼ ਦਾ ਸੈਕੰਡ ਇੰਪੋਰਟੈਂਟ ਐਲੀਮੈਂਟ। ਫਿਕਸਡ ਟੈਰੀਟਰੀ ਦੇ ਉੱਪਰ ਰਹਿਣ ਵਾਲੇ ਲੋਕ ਜਿਨ੍ਹਾਂ ਨੂੰ ਇੱਕ ਗਵਰਨਮੈਂਟ ਦੇ ਦੁਆਰਾ ਆਰਗੇਨਾਈਜ਼ ਕੀਤਾ ਜਾਂਦਾ, ਉਹਨਾਂ ਦੇ ਉੱਪਰ ਰੂਲ ਕੀਤਾ ਜਾਂਦਾ, ਜੋ ਕਿ ਸੋਵਰੇਨਿਟੀ ਦਾ ਲਾਸਟ ਐਂਡ ਦਾ ਮੋਸਟ ਇੰਪੋਰਟੈਂਟ ਐਲੀਮੈਂਟ ਆਫ ਸਟੇਟ। ਸੋਵਰੇਨਿਟੀ ਕੀ ਹੈ? ਸੋਵਰੇਨਿਟੀ ਇੱਕ ਪਾਵਰ ਆ, ਇੱਕ ਅਥਾਰਟੀ ਆ to exercise the rules, to execute the rules on the people living on the definite territory. Then non-essential elements of state, the four elements of states are essential: population, territory, government and sovereignty. But other than essential elements, some elements are non-essential but important. These are comprehensiveness. ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ, ਬਹੁਤ ਹੀ ਜ਼ਿਆਦਾ ਫੈਲਿਆ ਹੋਇਆ ਹੈ, ਕੋਈ ਬਹੁਤ ਜ਼ਿਆਦਾ ਛੋਟਾ ਕਨਸੈਪਟ ਨਹੀਂ ਆ। ਸਟੇਟ ਇਹ ਐਵਰੀਵੇਅਰ ਐਗਜ਼ਿਸਟ ਕਰਦਾ, ਐਕਸਕਲੂਸਿਵ ਆ, ਇਹ ਆਪਣੇ ਆਪ ਵਿੱਚ ਇੱਕ ਡਿਫਰੈਂਟ ਆ, ਦੂਸਰਿਆਂ ਦੇ ਨਾਲੋਂ ਇੰਪੋਰਟੈਂਟ ਆ, ਦੂਸਰਿਆਂ ਦੇ ਨਾਲੋਂ ਆਪਣੀਆਂ ਪਾਵਰਸ, ਆਪਣੇ ਐਲੀਮੈਂਟਸ ਦੇ ਕਰਕੇ ਐਕਸਕਲੂਸਿਵ ਆ ਤੇ ਰੈਕੋਗਨੀਸ਼ਨ, ਇਸ ਦੀ ਮਾਨਤਾ। ਦੈਨ ਕਿ ਸਟੇਟ ਤੇ ਗਵਰਨਮੈਂਟ ਨੂੰ ਜਦੋਂ ਅਸੀਂ ਆਇਡੈਂਟੀਫਾਈ ਕਰਦੇ ਹਾਂ ਤਾਂ ਗਵਰਨਮੈਂਟ ਤੇ ਸਟੇਟ ਦੇ ਵਿੱਚ ਕੀ ਡਿਫਰੈਂਸ ਆ? ਦ ਟਰਮਸ ਸਟੇਟ ਐਂਡ ਗਵਰਨਮੈਂਟ ਆਰ ਵੈਰੀ
often used interchangeably। ਆਮ ਤੌਰ ਤੇ ਜਿਹੜੀਆਂ ਇਹ ਟਰਮਸ ਨੇ ਇਹਨਾਂ ਨੂੰ ਇੰਟਰਚੇਂਜੇਬਲੀ ਵੀ ਯੂਜ਼ ਕੀਤਾ ਜਾਂਦਾ। ਸਟੇਟ ਤੇ ਗਵਰਨਮੈਂਟ ਨੂੰ ਅਸੀਂ ਆਫਨ ਮਤਲਬ ਯੂਜ਼ ਕਰਦੇ ਆ ਇੰਟਰਚੇਂਜੇਬਲੀ। ਅਸੀਂ ਗਵਰਨਮੈਂਟ ਨੂੰ ਸਟੇਟ ਕਹਿ ਦਿੰਦੇ ਆ, ਸਟੇਟ ਨੂੰ ਗਵਰਨਮੈਂਟ ਕਹਿ ਦਿੰਦੇ ਆ। ਬਟ देयर आर वाइटल डिफरेंसेस बिटवीन स्टेट एंड द गवर्नमेंट। गवर्नमेंट की है? गवर्नमेंट इज द ओनली वन ऑफ द 4 एलिमेंट्स ऑफ द स्टेट। गवर्नमेंट उन्हां 4 एलिमेंट्स ਦੇ ਵਿੱਚੋਂ ਇੱਕ ਇੰਪੋਰਟੈਂਟ ਐਲੀਮੈਂਟ ਆ, ਤਾਂ ਇਸ ਨੂੰ ਅਸੀਂ ਸਟੇਟ ਨਹੀਂ ਕਹਿ ਸਕਦੇ। the term government is narrower than state। obviously ਜਦੋਂ ਗਵਰਨਮੈਂਟ ਨੂੰ ਅਸੀਂ ਸਟੇਟ ਦਾ ਪਾਰਟ ਮੰਨਦੇ ਆ ਤਾਂ ਇਹ ਸਟੇਟ ਦੇ ਨਾਲੋਂ ਇੱਕ ਛੋਟਾ ਕਨਸੈਪਟ ਹੈ। then distinction ਦੀ ਜਦੋਂ ਅਸੀਂ ਗੱਲ ਕਰਦੇ ਹਾਂ ਸਟੇਟ ਤੇ ਗਵਰਨਮੈਂਟ ਦੇ ਵਿੱਚ, ਗਵਰਨਮੈਂਟ is included in the state because government is a part of the state। the state is more or less permanent, government is temporary। state is more or less permanent, state permanent। ਸਟੇਟ ਨੂੰ ਡਿਸੋਲਵ ਨਹੀਂ ਕੀਤਾ ਜਾ ਸਕਦਾ। ਜੇ ਇੱਕ ਕੰਟਰੀ ਦੂਸਰੇ ਕੰਟਰੀ ਦੇ ਉੱਪਰ ਵੀ ਹਮਲਾ ਕਰਦਾ, ਉਹਨੂੰ ਆਪਣੇ ਅੰਦਰ ਲੈ ਲੈਂਦਾ, ਤਾਂ ਸਟੇਟ ਦੀ ਐਗਜ਼ਿਸਟੈਂਸ ਆ ਉਹ ਜਿਹੜੀ ਰਹਿੰਦੀ ਆ। ਬਟ ਗਵਰਨਮੈਂਟ ਇਜ਼ ਟੈਂਪੋਰੇਰੀ। ਜਿਵੇਂ ਇੰਡੀਆ ਦੇ ਵਿੱਚ ਆਫਟਰ ਐਵਰੀ 5 ਈਅਰ ਨੈਚੁਰਲੀ ਜੇ ਗਵਰਨਮੈਂਟ ਆਪਣੀ ਟਰਮ ਪੂਰੀ ਕਰਦੀ ਆ, ਅਦਰਵਾਈਜ਼ ਜਦੋਂ ਵੀ ਗਵਰਨਮੈਂਟ ਦੀ ਟਰਮ ਪੂਰੀ ਹੁੰਦੀ ਆ ਜਾਂ ਗਵਰਨਮੈਂਟ ਭੰਗ ਹੁੰਦੀ ਆ ਤਾਂ ਉਹ ਚੇਂਜ ਹੋ ਜਾਂਦੀ ਆ। That's why we can say government is temporary। The state is largely an abstraction while government is concrete। state ਇੱਕ abstract concept ਆ। state ਨੂੰ ਆਪਾਂ ਦੇਖ ਨਹੀਂ ਸਕਦੇ, ਟੱਚ ਨਹੀਂ ਕਰ ਸਕਦੇ। nobody can claim that he or she is able to see the state or touch the state while the government is concrete। ਗਵਰਨਮੈਂਟ ਨੂੰ ਅਸੀਂ ਦੇਖ ਸਕਦੇ ਹਾਂ ਵੀ ਇਹ ਬੀਜੇਪੀ ਗਵਰਨਮੈਂਟ ਰੂਲ ਕਰ ਰਹੀ ਆ, ਇਹ ਪਰਸਨ ਗਵਰਨਮੈਂਟ ਦੇ ਵਿੱਚ ਨੇ, ਤਾਂ ਗਵਰਨਮੈਂਟ ਕੰਕਰੀਟ ਆ ਤੇ ਔਰ ਸਟੇਟ ਦਾ ਕਨਸੈਪਟ ਆ ਜਿਹੜਾ ਉਹ ਐਬਸਟਰੈਕਟ ਆ। ਆਲ ਸਟੇਟਸ ਆਰ ਆਇਡੈਂਟੀਕਲ ਬਟ ਫਾਰਮਸ ਆਫ ਗਵਰਨਮੈਂਟਸ ਵੇਰੀ। ਸਟੇਟ ਰਹਿੰਦੇ ਨੇ, ਉਹੀ 4 ਐਲੀਮੈਂਟਸ ਨੇ ਉਹਨਾਂ ਦੇ, ਬਟ ਗਵਰਨਮੈਂਟਸ ਨੇ ਉਹਨਾਂ ਦੀਆਂ ਫਾਰਮਸ ਨੇ, ਕਿਤੇ ਯੂਨਿਟਰੀ ਗਵਰਨਮੈਂਟ ਆ, ਕਿਤੇ ਫੈਡਰਲ ਗਵਰਨਮੈਂਟ ਆ, ਕਿਤੇ ਪਾਰਲੀਮੈਂਟਰੀ ਆ, ਕਿਤੇ ਪ੍ਰੈਜ਼ੀਡੈਂਸ਼ੀਅਲ ਆ, ਤਾਂ ਉਹਨਾਂ ਦੀਆਂ ਫਾਰਮਸ ਨੇ ਜਿਹੜੀਆਂ ਉਹ ਵੇਰੀ ਕਰਦੀਆਂ ਨੇ state to state, country to country। sovereignty belongs to the state, not to the government। sovereignty is an essential element of state, not of the government। government is also an element of the state। the government state ਦੀ sovereignty ਨੂੰ legally exercise ਕਰਦੀ ਹੈ। government dissolve ਹੋਗੀ ਤਾਂ ਨਵੀਂ government ਉਹਨੂੰ exercise ਕਰੇਗੀ। ਤਾਂ state ਦਾ part sovereignty ਹੈ, government ਦਾ part sovereignty ਨਹੀਂ ਹੈ। sovereignty belongs to the state, not to the government। territory is an essential characteristics of the state or not of the government। government ਦੇ ਲਈ territory ਜ਼ਰੂਰੀ element feature ਨਹੀਂ ਆ। state ਦੇ ਬਣਨ ਲਈ, state ਹੋਣ ਦੇ ਲਈ territory ਦੀ ਹੋਣੀ ਇੱਕ compulsion ਹੈ। ਬਿਨਾਂ territory ਤੋਂ ਕਿਸੇ ਵੀ organization ਨੂੰ ਅਸੀਂ state consider ਨਹੀਂ ਕਰ ਸਕਦੇ। individual can have rights against the government but not against the state। ਜਦੋਂ ਅਸੀਂ ਗਵਰਨਮੈਂਟ ਦੀ ਗੱਲ ਕਰਦੇ ਹਾਂ ਤਾਂ ਅਸੀਂ ਗਵਰਨਮੈਂਟ ਦੇ ਅਗੇਂਸਟ ਧਰਨੇ ਲਗਾ ਸਕਦੇ ਹਾਂ ਪੀਸਫੁਲੀ, ਅਸੀਂ ਅਪੋਜ਼ ਕਰ ਸਕਦੇ ਹਾਂ ਪੀਸਫੁਲੀ, ਅਸੀਂ ਉਹਨਾਂ ਦੀਆਂ ਪਾਲਿਸੀਜ਼ ਦੇ ਅਗੇਂਸਟ ਆਪਣਾ ਵਿਰੋਧ ਕਰ ਸਕਦੇ ਹਾਂ। ਬਟ ਅਸੀਂ ਨਾ ਸਟੇਟ ਦੇ ਅਗੇਂਸਟ ਧਰਨਾ ਲਗਾ ਸਕਦੇ ਹਾਂ, ਨਾ ਸਟੇਟ ਦੇ ਅਗੇਂਸਟ ਜਾ ਸਕਦੇ ਹਾਂ, ਨਾ ਅਸੀਂ ਸਟੇਟ ਦੇ ਅਗੇਂਸਟ ਕੋਈ ਵੀ ਐਕਟੀਵਿਟੀ ਜਾਂ ਐਕਸ਼ਨ ਲੈ ਸਕਦੇ ਹਾਂ ਜਿਹੜਾ ਕਿ ਸਿੱਧੇ ਤੌਰ ਤੇ ਦੇਸ਼ ਧਰੋਹ ਕੰਸੀਡਰ ਕੀਤਾ ਜਾਂਦਾ। ਜੇ ਅਸੀਂ ਸਟੇਟ ਦੇ ਅਗੇਂਸਟ ਕੋਈ ਐਕਟੀਵਿਟੀ ਕਰਦੇ ਹਾਂ ਤਾਂ ਇਹ ਕੀ ਕਰ ਸਕਦੇ ਵੀ ਇੰਡੀਵਿਜੂਅਲਸ ਨੂੰ ਗਵਰਨਮੈਂਟ ਦੇ ਅਗੇਂਸਟ ਰਾਈਟਸ ਨੇ ਬਟ ਸਟੇਟ ਦੇ ਅਗੇਂਸਟ ਕੋਈ ਵੀ ਰਾਈਟ ਨਹੀਂ ਮਿਲਦਾ। ਸਟੇਟ ਇਜ਼ ਦਾ ਮਾਸਟਰ ਐਂਡ ਦਾ ਗਵਰਨਮੈਂਟ ਇਜ਼ ਦਾ ਸਰਵੈਂਟ। ਸਟੇਟ ਇੱਕ ਮਾਸਟਰ ਹੈ ਤੇ ਸਟੇਟ ਦੇ ਕੰਮ ਕਰਨ ਦੇ ਲਈ ਗਵਰਨਮੈਂਟ ਉਸਦੀ ਇੱਕ ਸਰਵੈਂਟ ਆ। ਥਰੂ ਔਨ ਦਾ ਨੇਮ ਆਫ ਦਾ ਸਟੇਟ, ਔਨ ਬਿਹਾਫ ਆਫ ਸਟੇਟ ਗਵਰਨਮੈਂਟ ਵਰਕ ਕਰਦੀ ਹੈ। ਦੈਨ ਸਟੇਟ ਐਂਡ ਸੋਸਾਇਟੀ। ਸਟੇਟ ਤੇ ਗਵਰਨਮੈਂਟ ਤੋਂ ਬਾਅਦ ਜਦੋਂ ਤੁਸੀਂ ਸਟੇਟ ਤੇ ਸੋਸਾਇਟੀ, ਆਮ ਤੌਰ ਤੇ ਸਟੇਟ ਤੇ ਸੋਸਾਇਟੀ ਨੂੰ ਵੀ ਲੋਕ ਇੰਟਰਚੇਂਜੇਬਲੀ ਯੂਜ਼ ਕਰ ਲੈਂਦੇ ਨੇ ਜਾਂ ਇਹਨਾਂ ਨੂੰ ਇੱਕ ਸਮਝ ਲੈਂਦੇ ਨੇ। ਬਟ देयर आर सर्टेन डिफरेंसेस बिटवीन बोथ। स्टेट एंड सोसाइटी आर नॉट आइडेंटिकल। ਇਹਨਾਂ ਦੋਨਾਂ ਨੂੰ ਅਸੀਂ ਆਇਡੈਂਟੀਕਲ ਨਹੀਂ ਕਹਿ ਸਕਦੇ। ਇਫ ਸਟੇਟ ਐਂਡ ਸੋਸਾਇਟੀ ਵਰ ਆਇਡੈਂਟੀਕਲ, citizens' life will exhaust all its social content and there would remain no sphere of life beyond that covered by the state।
ਤਾਂ ਜੇ ਆਇਡੈਂਟੀਕਲ ਹੋਣਗੇ ਤਾਂ ਉਹਨਾਂ ਦੀ ਲਾਈਫ ਹੈ ਜਿਹੜੀ ਉਹ ਡਿਫਿਕਲਟ ਹੋ ਜਾਏਗੀ, ਤਾਂ ਉੱਥੇ ਕੋਈ ਵੀ ਮਤਲਬ ਜ਼ਿੰਦਗੀ ਦਾ ਕੋਈ ਹਿੱਸਾ ਇਸ ਤਰ੍ਹਾਂ ਦਾ ਨਹੀਂ ਬਚਣਾ ਜਿਹੜਾ ਕਿ ਸਟੇਟ ਦੁਆਰਾ ਕਵਰ ਨਾ ਹੋਵੇ। ਡਿਸਟਿੰਕਸ਼ਨ ਬਿਟਵੀਨ ਸਟੇਟ ਐਂਡ ਸੋਸਾਇਟੀ। ਸੋਸਾਇਟੀ ਇੱਕ ਟਰਮ ਹੈ ਫॉर ਡੈਜ਼ਿਗਨੇਟਿੰਗ ਦਾ ਐਂਟਾਇਰ ਨੈਟਵਰਕ ਆਫ ਸੋਸ਼ਲ ਰਿਲੇਸ਼ਨਸ਼ਿਪ। ਅਸੀਂ ਆਪਣੀ ਸੋਸ਼ਲ ਰਿਲੇਸ਼ਨਸ਼ਿਪ ਨੂੰ ਡਿਫਾਈਨ ਕਰਨ ਦੇ ਲਈ, ਡੈਜ਼ਿਗਨੇਟ ਕਰਨ ਦੇ ਲਈ ਜਿਹੜੀ ਟਰਮ ਹੈ ਸੋਸਾਇਟੀ ਵਰਤੀ ਜਾਂਦੀ ਹੈ। ਜਿਵੇਂ ਅਸੀਂ ਕਹਿੰਦੇ ਪੰਜਾਬੀ ਸੋਸਾਇਟੀ, ਪੰਜਾਬੀ ਸਮਾਜ, ਗੁਜਰਾਤੀ ਸਮਾਜ, ਜਾਂ ਇਸੇ ਤਰੀਕੇ ਦੇ ਨਾਲ ਬਾਕੀ। The study of society involves not only the study of political relations but by which men are bound together, but also the study of their religion, family, economic activities. Society ਦੇ ਵਿੱਚ only political relations ਨੂੰ ਅਸੀਂ ਡਿਸਕਸ ਨਹੀਂ ਕਰਦੇ, ਬਲਕਿ ਉਹਨਾਂ ਦੇ ਰਿਲੀਜਨ ਨੂੰ, ਉਹਨਾਂ ਦੀ ਕਾਸਟ ਨੂੰ, ਉਹਨਾਂ ਦੀ ਫੈਮਿਲੀ ਨੂੰ, ਉਹਨਾਂ ਦੀ ਇਕਨੋਮਿਕ ਐਕਟੀਵਿਟੀਜ਼ ਅਦਰ ਦੈਨ ਪੋਲੀਟੀਕਲ ਜਿਹੜੇ ਇਸ਼ੂਜ਼ ਨੇ, ਰਿਲੇਸ਼ਨਸ ਨੇ, ਉਹ ਵੀ ਸੋਸਾਇਟੀ ਦੇ ਵਿੱਚ ਅਸੀਂ ਇਨਵੋਲਵ ਕਰਦੇ ਹਾਂ। Scope of society is wider than the state. Obviously, society is larger than state. The state ਤੋਂ ਇਸ ਦਾ scope ਵੀ wider ਆ। Society ਦੇ ਵਿੱਚ ਸਭ ਕੁਝ ਆ ਜਾਂਦਾ, ਹਰ ਤਰ੍ਹਾਂ ਦੀ ਰਿਲੇਸ਼ਨਸ਼ਿਪ ਆਉਂਦੀ ਆ, ਜਦੋਂ ਕਿ ਜੋ state ਆ ਉਹ ਸਿਰਫ ਪੋਲੀਟੀਕਲ ਐਕਟੀਵਿਟੀਜ਼ ਦੇ ਨਾਲ ਡੀਲ ਕਰਦਾ। Society is prior to state. Society ਪਹਿਲਾਂ ਆਈ, state ਬਾਅਦ ਦੇ ਵਿੱਚ ਬਣਿਆ। State ਕੀ ਇੱਕ ਪੋਲੀਟੀਕਲ ਮਤਲਬ ਇੱਕ ਯੂਨਿਟ ਹੈ ਜੋ ਪੋਲੀਟੀਕਲੀ ਆਰਗੇਨਾਈਜ਼ ਕਰਦਾ ਸੋਸਾਇਟੀ ਨੂੰ। ਤਾਂ ਸੋਸਾਇਟੀ ਦੇ ਵਿੱਚ ਬਾਕੀ ਚੀਜ਼ਾਂ ਵੀ ਆ ਜਾਂਦੀਆਂ ਨੇ ਜੋ ਸਟੇਟ ਦੇ ਵਿੱਚ ਨਹੀਂ ਆਉਂਦੀਆਂ, ਲਾਈਕ ਉਹਨਾਂ ਦੀ ਇਕਨੋਮਿਕ ਰਿਲੇਸ਼ਨਸ਼ਿਪ, ਸੋਸ਼ਲ ਰਿਲੇਸ਼ਨਸ਼ਿਪ, ਜਾਂ ਕਿਸੇ ਵੀ ਤਰ੍ਹਾਂ ਦੀਆਂ ਹੋਰ ਐਕਟੀਵਿਟੀਜ਼ ਅਦਰ ਦੈਨ ਪੋਲੀਟੀਕਲ। ਟੈਰੀਟਰੀ ਇਜ਼ ਦਾ ਡਿਸਟਿੰਗੁਇਸ਼ਿੰਗ ਫੀਚਰ ਆਫ ਦਾ ਸਟੇਟ, ਨਾਟ ਦਾ ਸੋਸਾਇਟੀ। ਸੋਸਾਇਟੀ ਨੂੰ ਇੱਕ ਡੈਫੀਨਿਟ ਟੈਰੀਟਰੀ, ਉਸਦੀ ਕੋਈ ਸ਼ਰਤ ਨਹੀਂ ਹੈ, ਉਸਦਾ ਕੋਈ ਐਲੀਮੈਂਟ ਨਹੀਂ ਹੈ, ਬਲਕਿ ਸਟੇਟ ਨੂੰ ਬਣਨ ਦੇ ਲਈ ਉਸਦੇ ਕੋਲੇ ਟੈਰੀਟਰੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਉਹਨਾਂ ਦੇ ਮੋਡ ਆਫ ਆਪਰੇਸ਼ਨ ਦੇ ਵਿੱਚ ਵੀ ਡਿਸਟਿੰਕਸ਼ਨ ਆ। ਜੋ ਸੋਸਾਇਟੀ ਹੈ, ਸੋਸਾਇਟੀ ਦੇ ਕੋਲੇ ਕੁਰਸੇ ਪਾਵਰ ਨਹੀਂ ਆ। ਕੁਰਸੇ ਪਾਵਰ ਮੀਨਸ ਆਪਣੇ ਰੂਲ ਮਨਵਾਉਣ ਦੀ ਕਾਨੂੰਨੀ ਸ਼ਕਤੀ, ਦਬਾਅਕਾਰੀ ਸ਼ਕਤੀ, ਬਲਕਿ ਸੋਸਾਇਟੀ ਦੀਆਂ ਜੋ ਵੈਲਿਊਜ਼ ਨੇ ਉਹ ਮੋਰੈਲਿਟੀ ਬੇਸਡ ਨੇ। ਸੋਸਾਇਟੀ ਆਪਣੀਆਂ ਐਕਟੀਵਿਟੀਜ਼ ਨੂੰ ਮੋਰੈਲਿਟੀ ਬੇਸਡ, ਐਥਿਕ ਬੇਸਿਸ ਦੇ ਉੱਤੇ ਮਨਵਾਉਂਦੀ ਹੈ। ਤੇ ਜਦੋਂ ਕਿ ਜੋ ਸਟੇਟ ਦਾ ਮੋਡ ਆਫ ਆਪਰੇਸ਼ਨ ਆ ਉਹ ਕੋਰਸਿਵ ਆ, ਉਹ ਆਪਣੇ ਲਾਜ਼ ਨੂੰ ਜੇ ਅਸੀਂ ਨਹੀਂ ਫੋਲੋ ਕਰਾਂਗੇ ਤਾਂ ਸਾਨੂੰ ਉਸ ਦੇ ਪਿੱਛੇ ਪਨਿਸ਼ਮੈਂਟ ਮਿਲੇਗੀ, ਜਾਂ ਉਹਨੂੰ ਅਕੋਰਡਿੰਗ ਟੂ ਲਾਅ ਸਾਨੂੰ ਮੰਨਣਾ ਪਊਗਾ। Organization is essential for a state but not for the society. Organizational setup state ਦੇ ਲਈ ਜ਼ਰੂਰੀ ਆ, ਸਮਾਜ ਦੇ ਲਈ, ਸੋਸਾਇਟੀ ਲਈ ਜ਼ਰੂਰੀ ਨਹੀਂ ਆ। ਤਾਂ ਇਹਨਾਂ ਦੇ ਕੰਮਾਂ ਦੇ ਵਿੱਚ ਵੀ ਫਰਕ ਹੈ। ਸੋਸਾਇਟੀ ਦੇ ਕੰਮ ਉਸ ਤਰੀਕੇ ਦੇ ਆਰਗੇਨਾਈਜ਼ ਨਹੀਂ ਹੁੰਦੇ ਜਿਸ ਤਰੀਕੇ ਦੇ ਸਟੇਟ ਦੇ ਕੰਮ ਆਰਗੇਨਾਈਜ਼ਡ ਹੁੰਦੇ ਨੇ, ਟਾਈਮ ਬਾਉਂਡ ਹੁੰਦੇ ਨੇ ਜਾਂ ਫਿਕਸ ਹੁੰਦੇ ਨੇ। ਤਾਂ ਸਟੇਟ ਪੋਜੈਸਸ ਸੋਵਰੈਨਿਟੀ, ਸੋਸਾਇਟੀ ਡਜ਼ ਨਾਟ। ਸਟੇਟ ਦੇ ਕੋਲੇ ਸੋਵਰੈਨਿਟੀ ਆ, ਅਸੈਂਸ਼ੀਅਲ ਐਲੀਮੈਂਟ ਆ, ਜਿਸ ਦੇ ਥਰੂ ਉਹ ਆਪਣੀਆਂ ਐਕਟੀਵਿਟੀਜ਼ ਨੂੰ ਮਨਵਾ ਸਕਦਾ, ਆਪਣੇ ਕੰਮਾਂ ਨੂੰ ਕਰ ਸਕਦਾ, ਪਰ ਸੋਸਾਇਟੀ ਕੋਲੇ ਸੋਵਰੈਨਿਟੀ ਜ਼ਰੂਰੀ ਐਲੀਮੈਂਟ ਨਹੀਂ ਆ। ਸਟੇਟ ਤੇ ਐਸੋਸੀਏਸ਼ਨ, ਕਈ ਵਾਰੀ ਸਟੇਟ ਤੇ ਐਸੋਸੀਏਸ਼ਨ ਨੂੰ ਵੀ ਲੋਕ ਇੱਕ ਮੰਨ ਲੈਂਦੇ ਨੇ, ਜਿੱਦਾਂ ਕਿ ਪਲੋਰਲਿਸਟਿਕ ਸੋਵਰੈਨਿਟੀ ਦੇ ਫੋਲੋਅਰਸ ਕਹਿੰਦੇ ਨੇ ਕਿ ਵੀ ਸਟੇਟ ਵਾਂਗੂ ਹੀ ਬਾਕੀ ਜਿਹੜੇ ਐਸੋਸੀਏਸ਼ਨਸ ਨੇ, ਆਰਗੇਨਾਈਜੇਸ਼ਨਸ ਨੇ, ਉਹ ਵੀ ਸੋਵਰੈਨਿਟੀ ਪੋਜੈਸ ਕਰਦੀਆਂ ਨੇ, ਪਰ ਅਦਰਵਾਈਜ਼ ਇਹ ਕੀ ਆ, ਦੋਨੋਂ ਡਿਫਰੈਂਟ ਟਰਮਸ ਨੇ। ਦ ਮਾਡਰਨ ਸੋਸਾਇਟੀ ਇਜ਼ ਪਲੋਰਲਿਸਟਿਕ ਇਨ ਨੇਚਰ। ਇਸ ਦੇ ਵਿੱਚ ਬਹੁਤ ਜ਼ਿਆਦਾ ਤਰ੍ਹਾਂ ਦੀਆਂ ਐਸੋਸੀਏਸ਼ਨਸ ਐਗਜ਼ਿਸਟ ਕਰਦੀਆਂ ਨੇ, ਵਰਕ ਕਰਦੀਆਂ ਨੇ। ਨਾਓ ਵੀ ਆਰ ਡਿਸਕਸਿੰਗ ਦ ਡਿਫਰੈਂਸਿਸ ਬਿਟਵੀਨ ਬੋਥ। ਮੈਂਬਰਸ਼ਿਪ ਆਫ ਐਸੋਸੀਏਸ਼ਨ ਇਜ਼ ਵੋਲੰਟਰੀ। ਅਸੀਂ ਕਿਸੇ ਵੀ ਐਸੋਸੀਏਸ਼ਨ ਦੇ ਮੈਂਬਰ ਬਣਨਾ ਤਾਂ ਇਹ ਇਟਸ ਅਪ ਟੂ ਅਸ ਕਿ ਅਸੀਂ ਬਣਨਾ ਚਾਹੁੰਦੇ ਹਾਂ ਜਾਂ ਨਹੀਂ ਬਣਨਾ ਚਾਹੁੰਦੇ। ਅਸੀਂ ਚਾਹੀਏ ਉਸ ਐਸੋਸੀਏਸ਼ਨ ਦੇ ਮੈਂਬਰ ਬਣੀਏ, ਚਾਹੀਏ ਤਾਂ ਅਸੀਂ ਮੈਂਬਰ ਨਾ ਬਣੀਏ। ਕੋਈ ਟੈਰੀਟੋਰੀਅਲ ਲਿਮਿਟਸ ਨਹੀਂ ਹੈਗੀਆਂ ਐਸੋਸੀਏਸ਼ਨ ਦੀਆਂ। ਅਸੀਂ ਇੱਥੇ ਬੈਠੇ ਸੀ ਕੈਨੇਡੀਅਨ ਐਸੋਸੀਏਸ਼ਨ, ਅਮਰੀਕਨ ਐਸੋਸੀਏਸ਼ਨ ਦੇ ਵੀ ਮੈਂਬਰ ਹੋ ਸਕਦੇ ਹਾਂ, ਪਰ ਅਸੀਂ ਇੱਕ ਟਾਈਮ ਤੇ ਇੱਕੇ ਸਟੇਟ ਦੇ ਸਿਟੀਜ਼ਨ ਹੋਵਾਂਗੇ। ਸੋਵਰੈਨਿਟੀ ਸਟੇਟ ਦਾ ਐਸੈਂਸ਼ੀਅਲ ਐਲੀਮੈਂਟ ਆ, ਐਸੋਸੀਏਸ਼ਨ ਦਾ ਨਹੀਂ। ਤਾਂ ਹੁਣ ਜਦੋਂ ਅਸੀਂ ਸਟੇਟ ਦੀ ਗੱਲ ਕਰਦੇ ਹਾਂ ਤਾਂ ਇਹ ਕੀ ਹੈ, ਪਾਵਰ ਆਫ ਕੋਰਸਨ, ਕੋਰਸੇ ਪਾਵਰ ਦੀ ਆਪਾਂ ਗੱਲ ਕੀਤੀ ਹੈ, ਦਬਾਅਕਾਰੀ ਸ਼ਕਤੀ ਦੀ ਗੱਲ ਕੀਤੀ ਆ।
ਉਹ ਇਸ ਪਾਵਰ ਨੂੰ ਇੰਜੋਏ ਕਰਦਾ। ਕੋਈ ਵੀ ਸਟੇਟ ਦੀ ਜੇ ਗੱਲ ਨਹੀਂ ਮੰਨੂਗਾ ਤਾਂ ਸਟੇਟ ਕੋਲੇ ਕੋਰਸਿਵ ਪਾਵਰ ਆ, ਉਹਨੂੰ ਪ੍ਰੈਸ਼ਰਾਈਜ਼ ਕਰਕੇ ਲੋਕਾਂ ਨੂੰ ਮਨਵਾ ਸਕਦਾ, ਬਟ ਐਸੋਸੀਏਸ਼ਨ ਕੋਲੇ ਇਸ ਤਰ੍ਹਾਂ ਦੀ ਕੋਈ ਵੀ ਪਾਵਰ ਨਹੀਂ ਆ। ਤਾਂ ਮੈਂਬਰਸ਼ਿਪ ਆ ਜਿਹੜੀ ਸਟੇਟ ਦੀ, ਉਹ ਅਸੀਂ ਛੱਡ ਨਹੀਂ ਸਕਦੇ, ਸਾਨੂੰ ਕਿਸੇ ਨਾ ਕਿਸੇ ਸਟੇਟ ਦਾ ਨਾਗਰਿਕ ਹੋਣਾ ਪਊਗਾ। ਜਦੋਂ ਕਿ ਅਸੀਂ ਕਿਸੇ ਵੀ ਐਸੋਸੀਏਸ਼ਨ ਦੀ ਮੈਂਬਰਸ਼ਿਪ ਆਪਣੀ ਮਰਜ਼ੀ ਦੇ ਨਾਲ ਅਸੀਂ ਛੱਡ ਸਕਦੇ ਹਾਂ। ਗਵਰਨਮੈਂਟ ਅਸੈਂਸ਼ੀਅਲ ਐਲੀਮੈਂਟ ਆ ਸਟੇਟ ਦਾ, ਬਟ ਐਸੋਸੀਏਸ਼ਨ ਦਾ ਨਹੀਂ। ਤਾਂ ਇਸ ਤਰੀਕੇ ਦੇ ਨਾਲ ਅਸੀਂ ਡਿਸਕਸ ਕੀਤਾ ਵੀ ਵਾਟ ਇਜ਼ ਸਟੇਟ, ਸਟੇਟ ਕੀ ਹੈ ਜਿਸ ਦੇ ਕੋਲੇ 4 ਐਲੀਮੈਂਟਸ ਨੇ। ਦੈਨ ਅਸੀਂ ਡਿਸਕਸ ਕੀਤਾ ਸਟੇਟ ਤੇ ਗਵਰਨਮੈਂਟ। ਗਵਰਨਮੈਂਟ ਕੀ ਹੈਗੀ, ਇੱਕ ਨੈਰੋਅਰ ਕਨਸੈਪਟ ਆ ਸਟੇਟ ਤੋਂ, ਜੋ ਕਿ ਉਹਦਾ ਹੀ ਐਸੈਂਸ਼ੀਅਲ ਐਲੀਮੈਂਟ ਆ, ਜੋ ਸਟੇਟ ਦੀ ਵਰਕਿੰਗ ਨੂੰ ਹੀ ਐਕਸਰਸਾਈਜ਼ ਕਰਦੀ ਹੈ। ਦੈਨ ਐਸੋਸੀਏਸ਼ਨ, ਐਸੋਸੀਏਸ਼ਨ ਤੇ ਸਟੇਟ ਦੇ ਵਿੱਚ ਵੀ ਕਾਫੀ ਜ਼ਿਆਦਾ ਡਿਫਰੈਂਸ ਆ। ਐਸੋਸੀਏਸ਼ਨ ਦਾ ਜੋ ਸਕੋਪ ਹੈ ਬਹੁਤ ਜ਼ਿਆਦਾ ਘੱਟ ਹੈ, ਵਲੰਟਰੀ ਉਹਦੀ ਮੈਂਬਰਸ਼ਿਪ ਆ। ਉਸੇ ਤਰੀਕੇ ਨਾਲ ਸੁਸਾਇਟੀ, ਸੁਸਾਇਟੀ ਲਾਰਜ ਦੈਨ ਸਟੇਟ ਆ, ਸਕੋਪ ਵਾਈਡਰ ਆ, ਤੇ ਪ੍ਰਾਇਰ ਟੂ ਸਟੇਟ ਆ। ਤਾਂ ਸਟੇਟ ਇੱਕ ਪੋਲੀਟੀਕਲੀ ਆਰਗੇਨਾਈਜ਼ ਕਰਦਾ ਸੁਸਾਇਟੀ ਨੂੰ, ਜਦੋਂ ਕਿ ਸੁਸਾਇਟੀ ਦੇ ਵਿੱਚ ਕਾਫੀ ਜ਼ਿਆਦਾ ਜੋ ਐਕਟੀਵਿਟੀਜ਼ ਇਨਵੋਲਵ ਨੇ। so hopefully it will be very helpful to you. So thank you students.